Hello everyone, this is Varni Goyal and welcome to my YouTube channel. In today's class, we are going to discuss about the common mistakes that usually students make while attempting the writing and speaking module. So before watching this complete video, do subscribe my YouTube channel and keep supporting my YouTube channel. So first of all, we are going to discuss about the common mistake when we write or speak about any disease. ਜਦੋਂ ਵੀ ਆਪਾਂ ਕਿਸੇ ਵਿਅਕਤੀ ਦੀ ਕਿਸੇ ਪਰਸਨ ਦੀ ਬਿਮਾਰੀ ਦੀ ਵਜ੍ਹਾ ਦੇ ਕਰਕੇ ਮੌਤ ਦੀ ਡੈਥ ਦੀ ਗੱਲ ਕਰਦੇ ਆ ਉਸ ਟਾਈਮ ਦੇ ਉੱਪਰ ਜਿਹੜਾ ਆਪਾਂ ਸੈਂਟੈਂਸ ਬਣਾਵਾਂਗੇ ਉਹਦੇ ਵਿੱਚ ਜੋ ਕਾਮਨ ਮਿਸਟੇਕ ਆਪਾਂ ਕਰਦੇ ਆ ਉਹੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਫੋਰ ਐਗਜ਼ਾਮਪਲ ਆਪਾਂ ਯੂਜ਼ੂਅਲੀ ਸੈਂਟੈਂਸ ਬਣਾਉਂਦੇ ਆ ਹੀ ਡਾਈਡ ਵਿਦ ਮਲੇਰੀਆ ਹੀ ਡਾਈਡ ਵਿਦ ਮਲੇਰੀਆ ਸੋ ਵਿਦ ਦਾ ਮਤਲਬ ਕੀ ਹੁੰਦਾ ਹੈ ਨਾਲ he died with malaria ਇਸ ਦੀ ਪੰਜਾਬੀ ਕੀ ਬਣੀ ਕਿ ਉਹ ਮਲੇਰੀਆ ਦੇ ਨਾਲ ਮਰਿਆ ਕਿ ਮਲੇਰੀਆ ਉਹਦੇ ਨਾਲ ਮਰਿਆ ਉਸ ਦੇ ਨਾਲ ਮਲੇਰੀਆ ਵੀ ਮਰਿਆ ਤਾਂ ਇਹ ਕੋਈ ਸੈਂਸ ਨਾ ਨਿਕਲਦੀ ਸਟੂਡੈਂਟਸ ਸੋ ਇਨਸਟੈਡ ਆਫ ਯੂਜ਼ਿੰਗ he died with malaria ਆਪਾਂ die ਦੇ ਨਾਲ with ਦਾ ਯੂਜ਼ ਨਹੀਂ ਕਰਨਾ ਇਨਸਟੈਡ ਆਪਾਂ of word ਦਾ ਯੂਜ਼ ਕਰਨਾ ਹੈ ਤਾਂ ਆਪਾਂ ਸੈਂਟੈਂਸ ਕੀ ਬਣਾਵਾਂਗੇ he died of ਮਲੇਰੀਆ ਹੀ ਡਾਈਡ ਆਫ ਮਲੇਰੀਆ ਕੋਈ ਵੀ ਹੋਰ ਡਿਸੀਜ਼ ਜਦੋਂ ਵੀ ਕਿਸੇ ਬਿਮਾਰੀ ਦੀ ਆਪਾਂ ਸੈਂਟੈਂਸ ਬਣਾ ਰਹੇ ਹਾਂ ਜਾਂ ਬੋਲ ਰਹੇ ਹਾਂ ਜਾਂ ਲਿਖ ਰਹੇ ਹਾਂ ਦੈਨ ਆਪਾਂ ਵਿਦ ਨਹੀਂ ਲਗਾਵਾਂਗੇ ਹੀ ਡਾਈਡ ਆਫ ਮਲੇਰੀਆ ਲਗਾਵਾਂਗੇ ਨਾ ਹੀ ਆਪਾਂ ਫਰੋਮ ਲਗਾਵਾਂਗੇ ਸੋ ਪ੍ਰੈਪੋਜੀਸ਼ਨ ਦਾ ਯੂਜ਼ ਆਪਾਂ ਬਿਲਕੁਲ ਐਕੂਰੇਟ ਕਰਨਾ ਹੁੰਦਾ ਰਾਈਟ ਓਕੇ ਨਾਓ ਦ ਸੈਕੰਡ ਕਾਮਨ ਮਿਸਟੇਕ ਇਹ ਵਾਲੀ ਕਾਮਨ ਮਿਸਟੇਕ ਸਟੂਡੈਂਟ ਜ਼ਿਆਦਾਤਰ ਆਪਾਂ ਨੂੰ ਸਪੀਕਿੰਗ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਕੁਐਸਚਨ ਪੁੱਛਿਆ ਜਾਂਦਾ ਤੁਹਾਨੂੰ what do you like to do in your free time so usually students speak like they reply like I like to listen Punjabi music I like to listen rock music I like to listen western music so there is a common mistake in the which common mistake hai jehdi ki aapa usually avoid kar denne ha for example dekho he is listening Punjabi songs ਤੁਸੀਂ ਇਹ ਗੱਲ ਯਾਦ ਰੱਖਣੀ ਹੈ ਜਦੋਂ ਵੀ ਤੁਸੀਂ word listen ਦਾ use ਕਰ ਰਹੇ ਹੋ then ਤੁਸੀਂ ਉਹਦੇ ਨਾਲ preposition to use ਕਰਨੀ ਹੈ listen to ਤੋਂ ਬਿਨਾ ਤੁਹਾਡਾ ਕਦੇ ਵੀ ਇਹ ਸੈਂਟੈਂਸ ਕੰਪਲੀਟ ਨਹੀਂ ਹੋਏਗਾ he is listening to Punjabi songs ਇਹ ਤਾਂ ਗੱਲ ਹੋ ਗਈ ਆਪਣੀ ਸਪੀਕਿੰਗ ਦੀ ਹੁਣ ਜੇ ਇਹੀ ਗੱਲ ਆਪਾਂ ਰਾਈਟਿੰਗ ਦੇ ਵਿੱਚ ਰਾਈਟ ਕਰਨੀ ਹੋਵੇ ਇਨ ਸੈਂਟੈਂਸ ਤੇ ਸੈਂਟੈਂਸ ਦੇ ਵਿੱਚ ਜਦੋਂ ਆਪਾਂ ਰਾਈਟ ਕਰਾਂਗੇ ਉਦੋਂ ਇਹ ਚੀਜ਼ ਯਾਦ ਰੱਖਣੀ ਹੈ ਕਿ ਆਪਾਂ ਨੂੰ ਜੋ Song ਦੀ ਕੈਟੇਗਰੀ ਹੈ ਉਹ ਪਰਟੀਕੂਲਰ ਦਿੱਤੀ ਹੋਈ ਹੈ ਪੰਜਾਬੀ songs I like to listen to western music western songs I like to listen to traditional folk music right so ਇਸ ਤਰ੍ਹਾਂ ਦੇ ਨਾਲ ਜਦੋਂ ਆਪਾਂ ਰਾਈਟਿੰਗ ਲਿਖ ਰਹੇ ਹਾਂ he is listening to ਪੰਜਾਬੀ songs ਤਾਂ ਉਦੋਂ ਜਦੋਂ ਆਪਾਂ ਟਾਈਪ Song ਦੇ ਟਾਈਪ ਲਿਖ ਰਹੇ ਹਾਂ ਉਹਦੇ ਜਿਹੜਾ ਉਸ ਦਾ ਜਿਹੜਾ ਫਰਸਟ ਲੈਟਰ ਹੈ that should be capital ਉਹ ਵਾਲਾ ਆਪਾਂ ਨੂੰ ਕੈਪੀਟਲ ਦੇ ਵਿੱਚ ਲਿਖਣਾ ਹੋਏਗਾ so the proper answer is he is listening to Punjabi P ਆਪਾਂ capital use ਕਰਾਂਗੇ Punjabi songs because here Punjabi songs are the proper noun right okay so next common mistake is related to ban word ban देखो students government has banned on this movie ban what is the meaning of ban ਦਾ ਮਤਲਬ ਹੁੰਦਾ ਹੈ ਪਾਬੰਦੀ ਲਗਾਣਾ ਰਾਈਟ ਕਿਸੇ ਚੀਜ਼ ਦੇ ਉੱਪਰ ਪਾਬੰਦੀ ਲਗਾਣਾ ਸੋ ਜਦੋਂ ਵੀ ਤੁਸੀਂ ਇਹ ਵਾਲੇ ਵਰਡ ਦਾ ਯੂਜ਼ ਕਰ ਰਹੇ ਹੋ ਬੈਨ ਤਾਂ ਇਹ ਚੀਜ਼ ਯਾਦ ਰੱਖਣੀ ਹੈ ਆਪਾਂ ਬੈਨ ਦੇ ਨਾਲ ਕੋਈ ਪ੍ਰੈਪੋਜੀਸ਼ਨ ਦਾ ਯੂਜ਼ ਨਹੀਂ ਕਰਨਾ ਗਵਰਨਮੈਂਟ ਹੈਜ਼ ਬੈਨਡ ਔਨ ਦਿਸ ਮੂਵੀ ਗਵਰਨਮੈਂਟ ਨੇ ਇਸ ਮੂਵੀ ਦੇ ਉੱਪਰ ਬੈਨ ਲਗਾ ਦਿੱਤਾ ਹੈ ਸੋ ਬੈਨ ਆਪਣੇ ਆਪ ਵਿੱਚ ਹੀ ਹੈ ਉੱਪਰ ਪ੍ਰਭਾਵ ਉੱਪਰ ਬੈਨ ਲਗਾਣਾ ਪਾਬੰਦੀ ਲਗਾਣਾ ਰਾਈਟ ਸੋ ਇਹਦਾ ਜਿਹੜਾ ਆਨਸਰ ਆਪਾਂ ਲਿਖਾਂਗੇ ਸਹੀ ਸੈਂਟੈਂਸ ਜਿਹੜਾ ਇਹਦਾ ਲਿਖਾਂਗੇ that would be government has banned this movie government has banned this movie because ਇੱਥੇ ਆਪਾਂ ban ਨੂੰ as a verb use ਕਰ ਰਹੇ ਹਾਂ ਸੋ ban ਦਾ ਮਤਲਬ ਹੀ ਹੁੰਦਾ ਹੈ ਕਿਸੇ ਚੀਜ਼ ਦੇ ਉੱਪਰ ਪਾਬੰਦੀ ਲਗਾਣਾ ਰੋਕ ਲਗਾਣਾ ਰਾਈਟ ਸੋ ਇਸ ਤਰ੍ਹਾਂ ਨਾਲ ਆਪਾਂ ਇੱਥੇ on ਦਾ word on preposition ਨੂੰ use ਨਹੀਂ ਕਰਾਂਗੇ instead ਇਸ ਤੋਂ ਇਲਾਵਾ ਇੰਦੇ ਵਰਗਾ ਇੱਕ ਹੋਰ ਸੈਂਟੈਂਸ ਬਣਾ ਸਕਦੇ ਆ ਗਵਰਨਮੈਂਟ has slapped a ban on this movie ਸੋ ਇਹ ਇੱਕ ਆਪਾਂ ਨੇ
ईडियम के तौर पर यूज किया वा। गवर्नमेंट हैज स्लैब्ड अ बैन ऑन दिस मूवी, गवर्नमेंट ने इस मूवी के उपर बैन लगाया है। स्लैप मतलब तमाचा मारिया है, मतलब रोक लगाई है। सो इस तरह के सेंटेंस के विच आप ऑन द वर्ड यूज करांगे, बट जो आप डायरैक्ट बैन वर्ड का यूज कर रहे हैं दैन आप गवर्नमेंट हैज बैंड ऑन दिस मूवी, ए ओन प्रेपोजिशन नहीं यूज करांगे, सिंपल लिखांगे गवर्नमेंट हैज बैंड दिस मूवी, राइट। ओके, तो नेक्स्ट कॉमन मिस्टेक इज रिलेटेड टू वर्ड अफेक्ट। दिस इज अफेक्ट। अफेक्ट का मतलब की हुंदा है किसी उपर प्रभाव पाना, किसी उपर प्रभाव पाना, तो उपर ऑलरेडी आप अफेक्ट दे विच यूज कर रहे हैं, राइट। किसी उपर प्रभाव पाना। सो अगेन जो भी आप अफेक्ट वर्ड यूज कर रहे हैं, किसी उपर प्रभाव पाना, किसी उपर असर पाना, तो उस सेंटेंस दे विच जो आप सेंटेंस बना रहे हैं, फॉर एग्जाम्पल फास्ट फूड अफेक्ट्स ऑन आर हेल्थ, तो अफेक्ट का मतलब ही किसी चीज उपर प्रभाव पाना है, राइट। सो आप उस सेंटेंस विच भी ऑन द यूज नहीं करांगे। सो सिंपल सेंटेंस बनावांगे फास्ट फूड अफेक्ट्स आर हेल्थ, क्योंकि इनका डायरैक्ट प्रभाव जो अपनी हेल्थ उपर पै रहा वा। फास्ट फूड अफेक्ट्स आर हेल्थ। सो इस कॉमन मिस्टेक नूं आपां हुण अवॉइड करना, राइट। ओके जी, नैक्सट चलते हैं आपां कॉमन मिस्टेक टैलीकास्ट। टैलीकास्ट वर्ड दे नाल चलते हैं। देखो स्टूडेंट, जो भी आप गल करते हैं कि कोई प्रोग्राम टैलीविजन के उपर स्क्रीन के उपर टैलीकास्ट हो रहा है, राइट, बट जो आप इनडायरैक्ट बोलना होंगे, फॉर एग्जाम्पल आप पैसिव दे विच कोई सेंटेंस बोलना होंगे, जिवें कि अपने को एग्जाम्पल है, देखो दिस शो शुड बी टैलीकास्टेड ऑन टैलीविजन। जो आप किसी को सुजैसट करते हैं तो आप पैसिव दे विच सेंटेंस बनाने हैं, तो अपना रूल की होंगे है कि आप शुड बी दे नाल V3 लगानी होंगी है, वर्ब की थर्ड फॉर्म लगानी होंगी है। बट हुण इत्थे अपनी एक मिस्टेक है। ये मिस्टेक इस तरह है कि जिहड़ी टैलीकास्ट वर्ड है, सॉरी, यही वर्ब दी फर्स्ट, वर्ब दी सेकंड एंड वर्ब दी थर्ड फॉर्म होंगी है, राइट। सो जिवें कि फॉर एग्जाम्पल आप पुट वर्ड यूज करते हैं, पुट पुट पुट, कट कट कट, राइट। सो इसी तरह ही टैलीकास्ट टैलीकास्ट टैलीकास्ट, इन्हों आप ईडी लगा के टैलीकास्टेड नहीं करना। सो ये वाली मिस्टेक नूं आप इग्नोर करांगे हुण। So we should write, instead of using telecasted, we should write this show should be telecast on television. जिन्हें कि आप लिखते हैं this news should be published on newspaper, right? This chapter should be published on this book, right? But इनके विच की होएगा published होने से आप third form published use कर रहे हैं, but telecast दी third form telecasted बिल्कुल wrong है। So आप ed बिल्कुल नहीं use करांगे, simple telecast use करांगे, right? Okay, moving towards the sixth common mistake. So next common mistake है related to word cannot. There is a confusion whether it should be used without space or with space, right student? So इस चीज नूं ध्यान दे विच रखना है कि cannot जेड़ा word है it must be used without space. So इस word नूं आपां बिना किसी space तो use करांगे cannot. So make sure students, for the next time you are not using space between cannot, you are using it as a single word cannot, right, like we do in do not. Do not the time de upar apa space भी छड़नी हुंदी है, but not in case of cannot. So cannot should be used as a single word, right? Okay जी, next चलते हैं ਆਪਾਂ इस common mistake ਦੇ ਵੱਲ। देखो students, children were playing the cricket. Childrens were playing the cricket. This is a blunder. Childrens, देखो child, child का मतलब है एक बच्चा, तो children जेड़ा है उसका मतलब हुंदा बच्चे। ये ऑलरेडी चिल्ड्रन जेड़ी है प्लूरल फॉर्म है चाइल्ड दी। सो एस लगान दे नाल ज्यादा बच्चे नहीं हो जाते, बच्चे चिल्ड्रन दे नाल भी प्लूरल फॉर्म च ही है। जो तुसी एस लगाओगे चिल्ड्रन दी बैक दे लास्ट के ऊपर, दैन ये बिल्कुल गलत कंसीडर किया जाता है। चिल्ड्रनस कोई डिक्शनरी विच वर्ड ही नहीं हैगा, राइट। सो तुसी यूज करना है चिल्ड्रन। चिल्ड्रन वर प्लेइंग द क्रिकेट। सो द वर्ड द, नॉर्मली आप किसी भी गेम के अगे द वर्ड नूं नहीं यूज करना होंदा, द क्रिकेट नो।
ਜਦੋਂ ਆਪਾਂ ਕਿਸੇ ਨੂੰ ਸਪੈਸੀਫਿਕੇਸ਼ਨ ਕਰਨੀ ਹੋਵੇ ਉਦੋਂ ਆਪਾਂ ਦ ਦਾ ਯੂਜ਼ ਕਰਦੇ ਹਾਂ, ਕਿਉਂਕਿ ਜਦੋਂ ਆਪਾਂ ਪ੍ਰੋਪਰ ਨਾउन ਯੂਜ਼ ਕਰ ਰਹੇ ਹਾਂ, ਰਾਈਟ। ਬਟ ਨਾਰਮਲੀ ਜਦੋਂ ਆਪਾਂ ਕੋਈ ਵੀ ਸੈਂਟੈਂਸ ਦੇ ਵਿੱਚ ਕੋਈ ਗੇਮ ਦੇ ਬਾਰੇ ਬੋਲ ਰਹੇ ਹਾਂ ਉਸ ਟਾਈਮ ਦੇ ਉੱਪਰ ਆਪਾਂ ਦ ਕ੍ਰਿਕਟ ਨਹੀਂ ਯੂਜ਼ ਕਰਾਂਗੇ, ਨਾਰਮਲ ਸੈਂਟੈਂਸ ਬਣਾਵਾਂਗੇ children were playing cricket, not the cricket, right? So keep this thing into your mind. Okay, the next common mistake is related to the conditional sentence. Condition, ਜਦੋਂ ਆਪਾਂ ਇੱਕ condition ਰੱਖਦੇ ਹਾਂ, ਦੇਖੋ students, if ਦਾ ਮਤਲਬ ਹੁੰਦਾ ਜੇਕਰ, if he will study then he will pass. So ਦੇਖੋ students, sentence ਦੇ ਜਿਹੜਾ meaning ਨਿਕਲ ਰਿਹਾ ਹੈ ਉਹ ਇਸੇ ਤਰ੍ਹਾਂ ਨਿਕਲ ਰਿਹਾ ਹੈ, ਜੇ ਉਹ ਸਟੱਡੀ ਕਰੇਗਾ ਤਾਂ ਉਹ ਪਾਸ ਹੋਵੇਗਾ। ਬਟ ਇੱਕ ਕੰਡੀਸ਼ਨ ਹੈ, ਇਫ ਸੈਂਟੈਂਸ ਦੀ ਕੰਡੀਸ਼ਨ ਹੁੰਦੀ ਹੈ ਕਿ ਜਦੋਂ ਆਪਾਂ ਫਸਟ ਸੈਂਟੈਂਸ ਬਣਾਵਾਂਗੇ ਕੋਮਾ ਤੋਂ ਪਹਿਲਾਂ ਜਿਹੜਾ ਆਪਾਂ ਵਰਡ ਬਣਾਵਾਂਗੇ, ਸੈਂਟੈਂਸ ਬਣਾਵਾਂਗੇ, that should be in simple indefinite। ਇਹ ਸੈਂਟੈਂਸ ਤੁਹਾਡਾ ਸਿੰਪਲ ਇਨਡੈਫੀਨਿਟ ਹੋਣਾ ਚਾਹੀਦਾ ਹੈ ਤੇ ਕੋਮਾ ਤੋਂ ਬਾਅਦ ਜਿਹੜਾ ਤੁਹਾਡਾ ਸੈਂਟੈਂਸ ਹੈ that should be simple future, ਇਹ ਸਿੰਪਲ ਫਿਊਚਰ ਹੋਵੇਗਾ, ਰਾਈਟ। ਤੇ ਜਿਹੜਾ then ਦਾ ਯੂਜ਼ ਹੈ ਇਹ ਕੋਈ ਮੈਂਡੇਟਰੀ ਨਹੀਂ ਹੁੰਦਾ ਕਿ ਆਪਾਂ then ਲਗਾਣਾ ਹੀ ਹੈ, ਕੋਮਾ ਦੀ ਜਗ੍ਹਾ ਤੇ ਵੀ ਆਪਾਂ then ਲਗਾ ਲੈਂਦੇ ਆ, ਰਾਈਟ। ਬਟ then ਮੈਂਡੇਟਰੀ ਹੈ, ਸੌਰੀ, ਬਟ ਕੋਮਾ ਮੈਂਡੇਟਰੀ ਹੁੰਦਾ ਹੈ। ਕੋਮੇ ਦਾ ਯੂਜ਼ ਆਪਾਂ ਕਰਨਾ ਹੀ ਕਰਨਾ ਵਾ, then ਤੁਸੀਂ ਸਕਿਪ ਵੀ ਕਰ ਸਕਦੇ ਹੋ, ਬਿਕਾਜ਼ ਜਿਹੜਾ ਕੋਮੇ ਦਾ ਯੂਜ਼ ਹੈ ਉਹ then ਹੀ ਆਪਾਂ ਨੂੰ ਸ਼ੋ ਕਰ ਰਿਹਾ ਵਾ, ਰਾਈਟ। ਸੋ ਆਪਾਂ ਸੈਂਟੈਂਸ ਬਣਾਵਾਂਗੇ ਇਫ ਹੀ ਵਿਲ ਸਟੱਡੀ, ਨਹੀਂ ਸਿੰਪਲ ਇਨਡੈਫੀਨਿਟ ਬਣਾਵਾਂਗੇ, ਜੇ ਉਹ ਸਟੱਡੀ ਕਰੇਗਾ ਉਹ ਪਾਸ ਹੋਵੇਗਾ, ਫਿਰ ਉਹ ਪਾਸ ਹੋਵੇਗਾ। ਦੈਨ ਆਪਾਂ ਸੈਂਟੈਂਸ ਬਣਾਵਾਂਗੇ ਇਫ ਹੀ ਸਿੰਪਲ ਪ੍ਰੈਜ਼ੈਂਟ, ਹੀ ਹੁਣ ਆਪਾਂ ਨੂੰ ਪਤਾ ਹੈ ਸਿੰਗੂਲਰ ਹੈ, ਰਾਈਟ। ਸਿੰਗੂਲਰ ਨਾਲ ਵਰਬ ਨਾਲ ਐਸ ਜਾਂ ਈ ਐਸ ਆਣੀ ਹੈ। ਇਫ ਹੀ ਸਟੱਡੀਜ਼ then he will pass। so this is the correct sentence। ਤੁਸੀਂ ਕਹੋਗੇ ਕਿ ਮੈਮ ਦੋਨੋਂ ਹੀ ਆਪਾਂ ਫਿਊਚਰ ਚ ਬੋਲ ਰਹੇ ਹਾਂ, ਬਟ ਰੂਲ ਇਜ਼ ਰੂਲ। ਗ੍ਰਾਮਰ ਦਾ ਰੂਲ ਹੈ ਕਿ ਜੋ ਆਪਾਂ ਇਸ ਦੇ ਨਾਲ ਫਰਸਟ ਸੈਂਟੈਂਸ ਕੋਮਾ ਤੋਂ ਪਹਿਲਾਂ ਬਣਾ ਰਹੇ ਹਾਂ that should be simple indefinite, ਸਿੰਪਲ ਸੈਂਟੈਂਸ ਹੋਣਾ ਚਾਹੀਦਾ ਹੈ। ਐਂਡ ਕੋਮਾ ਯੂਜ਼ ਕਰਨ ਤੋਂ ਬਾਅਦ ਜਿਹੜਾ ਆਪਾਂ ਸੈਂਟੈਂਸ ਬਣਾਵਾਂਗੇ ਉਹ ਸਿੰਪਲ ਫਿਊਚਰ ਹੋਣਾ ਚਾਹੀਦਾ। ਸਿੰਪਲ ਫਿਊਚਰ ਦਾ ਫਾਰਮੂਲਾ ਸਬਜੈਕਟ will shall plus V1 then ਆਪਾਂ ਆਬਜੈਕਟ ਯੂਜ਼ ਕਰਨਾ ਹੁੰਦਾ, ਰਾਈਟ ਸਟੂਡੈਂਟ। ਸੋ ਇਹ ਵਾਲੀ ਕਾਮਨ ਮਿਸਟੇਕ ਆਪਾਂ ਹੁਣ ਨਹੀਂ ਕਰਾਂਗੇ, ਰਾਈਟ। ਸੋ the second last common mistake of today's class is related to this sentence, government should aware people। ਇਹ ਵਾਲਾ ਸੈਂਟੈਂਸ ਆਪਾਂ ਸਪੀਕਿੰਗ ਐਂਡ ਰਾਈਟਿੰਗ ਦੋਨਾਂ ਦੇ ਵਿੱਚ ਹੀ ਬੋਲਦੇ ਤੇ ਲਿਖਦੇ ਹਾਂ। ਜਦੋਂ ਵੀ ਆਪਾਂ ਨੂੰ ਸੁਜੈਸ਼ਨ ਪੁੱਛੇ ਜਾਂਦੇ ਆ how this problem can be tackled, how this problem can be solved out, right। ਸੋ ਇਸ ਤਰ੍ਹਾਂ ਦੀ ਜਦੋਂ ਵੀ ਆਪਾਂ ਨੂੰ ਕੁਐਸਚਨ ਅਰਾਈਜ਼ ਕੀਤਾ ਜਾਂਦਾ ਹੈ ਦੈਨ ਆਪਾਂ ਇਹਦਾ ਆਨਸਰ ਕਿਵੇਂ ਕਰਦੇ ਹਾਂ, ਗਵਰਨਮੈਂਟ ਸ਼ੁੱਡ ਅਵੇਅਰ ਪੀਪਲ, ਗਵਰਨਮੈਂਟ ਸ਼ੁੱਡ ਅਵੇਅਰ ਪੀਪਲ by organizing some seminars and camps, right। ਇਸ ਤਰ੍ਹਾਂ ਹੀ ਆਪਾਂ ਸੈਂਟੈਂਸ ਬਣਾਉਂਦੇ ਹਾਂ ਸਟੂਡੈਂਟ। ਸੋ ਧਿਆਨ ਦੇ ਨਾਲ ਦੇਖੋ ਤੁਸੀਂ, ਅਵੇਅਰ ਸ਼ੁੱਡ ਦੇ ਨਾਲ ਆਪਾਂ ਨੂੰ ਪਤਾ ਹੈ ਕਿ ਸ਼ੁੱਡ ਦੇ ਨਾਲ ਆਪਾਂ ਜਿਹੜਾ ਲਗਾਉਣਾ ਹੁੰਦਾ ਹੈ, ਇੱਕ ਰੂਲ ਹੈ ਗ੍ਰਾਮਰ ਦਾ, that is subject plus ਜਿਵੇਂ ਕਿ ਤੁਸੀਂ ਹੈਲਪਿੰਗ ਵਰਬ ਯੂਜ਼ ਕਰ ਰਹੇ ਹੋ ਸ਼ੁੱਡ, ਹੈਲਪਿੰਗ ਵਰਬ ਹੈ ਨਾ। ਉਸ ਤੋਂ ਬਾਅਦ ਆਪਾਂ ਵਰਬ ਦਾ ਯੂਜ਼ ਵੀ ਕਰਨਾ ਹੁੰਦਾ ਹੈ, ਵਰਬ ਨੂੰ ਯੂਜ਼ ਕਰਨ ਤੋਂ ਬਾਅਦ ਆਪਾਂ ਆਬਜੈਕਟ ਯੂਜ਼ ਕਰਨਾ ਹੁੰਦਾ, ਰਾਈਟ। ਸੋ ਇਹ ਰੂਲ ਹੈ ਆਪਣਾ। ਬਟ ਨਾਓ ਮੂਵਿੰਗ ਟੁਵਰਡਸ ਦ ਅਵੇਅਰ, ਅਵੇਅਰ ਵਰਡ ਤੁਹਾਡਾ ਕੋਈ ਵਰਬ ਨਹੀਂ ਹੈਗੀ, ਦਿਸ ਇਜ਼ ਨਾਟ ਵਰਬ। ਤਾਂ ਇੱਥੇ ਇਹ ਵਾਲਾ ਸੈਂਟੈਂਸ ਜਿਹੜਾ ਵਾ that is incomplete, this is wrong, ਕਿਉਂਕਿ ਇਸ ਸੈਂਟੈਂਸ ਦੇ ਵਿੱਚ ਆਪਾਂ ਸ਼ੁੱਡ ਤੋਂ ਬਾਅਦ ਵਰਬ ਦਾ ਤਾਂ ਯੂਜ਼ ਹੀ ਨਹੀਂ ਕੀਤਾ, ਰਾਈਟ। ਸੋ ਇਹ ਵਾਲੀ ਮਿਸਟੇਕ ਤੁਸੀਂ ਬਿਲਕੁਲ ਵੀ ਨਹੀਂ ਕਰਨੀ, ਦਿਸ ਇਜ਼ ਅ ਕਾਮਨ ਮਿਸਟੇਕ ਤੇ ਜ਼ਿਆਦਾਤਰ ਸਟੂਡੈਂਟਸ ਇਹ ਮਿਸਟੇਕ ਕਰ ਰਹੇ ਆ। ਸੋ ਤੁਸੀਂ ਇਸ ਤਰ੍ਹਾਂ ਦੀ ਮਿਸਟੇਕ ਨਹੀਂ ਕਰਨੀ ਹੈ। ਜਦੋਂ ਤੁਸੀਂ ਇਹ ਵਾਲਾ ਸੈਂਟੈਂਸ ਬਣਾਓਗੇ ਦੈਨ ਆਪਾਂ ਯੂਜ਼ ਕਰਾਂਗੇ ਗਵਰਨਮੈਂਟ ਸ਼ੁੱਡ, ਇੱਥੇ ਆਪਾਂ ਵਰਬ ਯੂਜ਼ ਕਰਾਂਗੇ ਮੇਕ people aware, government should make people aware, government ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸੋ ਜਿਹੜਾ ਵਰਡ ਅਵੇਅਰ ਇਹਦਾ ਮਤਲਬ ਹੈ ਜਾਗਰੂਕ ਕਰਨਾ, ਰਾਈਟ। ਸੋ ਜਿਹੜਾ ਮੇਕ ਵਰਡ ਹੈ, ਮੇਕ ਦਾ ਮਤਲਬ ਕੀ ਹੁੰਦਾ ਕਿ ਕੋਈ ਐਕਸ਼ਨ ਚ ਲੈਣਾ, ਰਾਈਟ, ਜਾਗਰੂਕ ਕਰਨਾ। ਸੋ ਵਰਬ ਤਾਂ ਆਪਾਂ ਇਸ ਸੈਂਟੈਂਸ ਯੂਜ਼ ਹੀ ਨਹੀਂ ਕੀਤੀ ਹੈ। ਫੋਰ ਐਗਜ਼ਾਮਪਲ ਇੱਕ ਹੋਰ ਸੈਂਟੈਂਸ ਹੁੰਦਾ ਹੈ ਗਵਰਨਮੈਂਟ ਸ਼ੁੱਡ ਅੰਡਰਸਟੈਂਡ ਪੀਪਲ, ਅੰਡਰਸਟੈਂਡ ਪੀਪਲ ਦਾ ਮਤਲਬ ਕੀ ਹੋਇਆ ਕਿ ਗਵਰਨਮੈਂਟ ਨੂੰ, ਅੰਡਰਸਟੈਂਡ ਇੱਕ ਵਰਬ ਹੈ ਆਪਾਂ ਨੂੰ ਪਤਾ, ਰਾਈਟ। ਗਵਰਨਮੈਂਟ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਲੋਕਾਂ ਨੂੰ ਸਮਝੇ, ਪਰ ਆਪਾਂ ਕਈ ਵਾਰ ਸੈਂਟੈਂਸ ਬਣਾਉਣੇ ਹੁੰਦੇ ਆ ਕਿ ਗਵਰਨਮੈਂਟ ਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰਿਆ ਕਰੋ, ਫੈਮਿਲੀ ਪਲੈਨਿੰਗ ਕਰੋ, ਪਲਾਂਟੇਸ਼ਨ ਕਰੋ, ਰਾਈਟ। ਸੋ ਸਮਝਾਉਣਾ ਚਾਹੀਦਾ ਹੈ ਤਾਂ ਉਹਦੇ ਵਿੱਚ ਅੰਡਰਸਟੈਂਡ ਵਰਡ ਨਹੀਂ ਯੂਜ਼ ਕਰ ਸਕਦੇ ਆਪਾਂ, ਗਵਰਨਮੈਂਟ ਸ਼ੁੱਡ ਅੰਡਰਸਟੈਂਡ ਪੀਪਲ, ਇਸ ਦਾ ਮਤਲਬ ਤਾਂ ਹੋ ਗਿਆ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਸਰਕਾਰ ਨੂੰ, ਰਾਈਟ। ਬਟ ਜਦੋਂ ਆਪਾਂ ਸਮਝਾਉਣਾ ਦੀ ਗੱਲ ਕਰਾਂਗੇ ਦੈਨ ਆਪਾਂ ਫਿਰ ਇਸ ਤਰ੍ਹਾਂ ਯੂਜ਼ ਕਰਾਂਗੇ ਗਵਰਨਮੈਂਟ ਸ਼ੁੱਡ ਮੇਕ ਪੀਪਲ
understand, right? So ये वाली common mistake आप बिल्कुल भी नहीं करांगे, right? Okay. So the last common mistake of today's class is related to the gerund form, gerund sentence. देखो students, इथे पर gerund sentence लिखा है, doing exercises are very beneficial. Beneficial का मतलब लाभदायक, fruitful. Doing exercises, सब तो पहले देखो आप sentence दे बिल्कुल starting ing तो किती है. Doing exercises, देखो स्टूडेंट्स, डू ਦੇ ਨਾਲ ing ਲਗਾ ਰਹੇ ਹਾਂ ਆਪਾਂ, ਹਨਾ. ਡੂ ਇੱਕ ਆਪਣੀ ਵਰਬ ਹੈ, ਉਸ ਦੇ ਨਾਲ ਆਪਾਂ ing ਦਾ ਯੂਜ਼ ਕਰ ਰਹੇ ਹਾਂ. ਜਦੋਂ ਆਪਾਂ ਵਰਬ ਦੇ ਨਾਲ ing ਦਾ ਯੂਜ਼ ਕਰਦੇ ਹਾਂ ਦੈਨ ਇੱਕ ਇਹ ਨਾਉਨ ਬਣ ਜਾਂਦੀ ਹੈ, ਨਾਉਨ, ਠੀਕ ਹੈ. ਸੋ ਇਹ ਨਾਉਨ ਦਾ ਯੂਜ਼ ਕਰ ਰਹੀ ਹੈ, ਇਹਦੀ ਸਾਊਂਡ ਆਉਂਦੀ ਹੈ ਨਾ ਵਾਲੀ ਸਾਊਂਡ ਆਉਂਦੀ ਹੈ ਇਸ ਤਰ੍ਹਾਂ ਦੇ ਨਾਲ, ਨਾ ਵਾਲੀ ਸਾਊਂਡ. ਦੇਖੋ ਡੂਇੰਗ ਐਕਸਰਸਾइजेस ਆਰ ਵੈਰੀ ਬੈਨੀਫੀਸ਼ੀਅਲ, ਐਕਸਰਸਾइजेस ਕਰਨਾ ਬਹੁਤ ਲਾਭਦਾਇਕ ਹੁੰਦਾ ਹੈ, ਰਾਈਟ. करना, एक्सरसाइजेस करना बहुत लाभदायक हुंदा है. बट स्टूडेंट्स इत्थे हुण तुसीं ध्यान च रखो, ज़्यादातर आपां की करदे हां कि आपां एक्सरसाइजेस आ वाले प्लूरल वर्ड नूं देख लैंदे हां कि इत्थे एक्सरसाइजेस लिखिया होया है, इस करके आपां जिहड़ा हेल्पिंग वर्ब है वो भी आर यूज कर लैंदे हां. बट स्टूडेंट तुहाडा सब्जैक्ट इत्थे एक्सरसाइज नहीं है, तुहाडा सब्जैक्ट इत्थे डूइंग है. जो जीरन वर्ड है, जो आपां जीरन फॉर्म लिखी है ing, राइट. सो ये वाली चीज तुहाडा इत्थे एज अ नाउन सब्जैक्ट काम कर रहा वा, ना कि एक्सरसाइज नूं देख के तुसीं इज एम आर यूज करना हुंदा, राइट. सो आपां डूइंग नूं देख के, हुण डूइंग एक सिंगुलर वर्ड है एंड जीरंड है, राइट. सो जीरंड दे विच आपां आर दे जगह ते ऊपर यूज करांगे इज. डूइंग एक्सरसाइजेस इज वेरी बेनिफिशियल. स्टूडेंट एक बहुत कॉम्पलैक्स सेंटेंस बनता है. सो इन्होंने सिर्फ बहुत ज़्यादा जिन्होंने एडवांस लैवल की इंग्लिश आती होंगी है, राइट, वही स्टूडेंट्स इन्होंने मिसटेक्स को अंडरस्टैंड कर सकते हैं. बट जे तुम इन्होंने उत्ते प्रैक्टिस करोगे दैन तुम देखो एक तो कॉम्पलैक्स फॉर्म बना रहे हैं, आप एक स्ट्रक्चर यूज कर रहे हैं, काफ़ी अच्छी एडवांस लैवल की ग्रामर यूज कर रहे हैं कि आप जीरन फॉर्म बना रहे हैं. जीरन फॉर्म, मेकिंग जीरन फॉर्म इज नॉट अ चाइल्ड प्ले, राइट. इट नीड्स अ लॉट ऑफ प्रैक्टिस. सो जे आप प्रैक्टिस कर रहे हैं तो इन्होंने अक्यूरेटली यूज कर रहे हैं, सही तरीके से यूज कर रहे हैं, दैन देखो तो बैंड स्कोर कितना अच्छा बूस्ट होएगा, नॉट ओनली इन स्पीकिंग बट आल्सो इन राइटिंग. राइटिंग दे विच भी जो आप सेंटेंसेस बनाने हैं, ईटिंग जंक फूड्स आर हार्मफुल फॉर आवर बॉडी, राइट. ईटिंग जंक फूड्स आर, फूड्स नाल आप आर नहीं यूज करांगे, ईटिंग जंक फूड इज हार्मफुल टू आवर बॉडी, क्योंकि ईटिंग अपना सब्जेक्ट है, ना कि फूड. जंक फूड्स अपना सब्जेक्ट है. सो इस तरह के नाल इन्हां सारियां कॉमन मिसटेक्स नूं स्टूडेंट्स तुसीं नोट डाउन करो ते ये ट्राई करिया करो जदों भी तुसीं सेंटेंसेस बोलदे हो या लिखदे हो, दैन ट्राई टू रिमाइंड दीज कॉमन मिसटेक्स कि मैं ये वाली कॉमन मिसटेक देखी हुई है, हुण मैं इनते प्रैक्टिस करनी है. सो उस टाइम के उपर तुसीं अपनी कॉमन मिसटेक, अपनी मिसटेक नूं इंप्रूव करो, राइट. एंड ये वाली मिसटेक अगे तो नहीं होनी चाहिए, राइट स्टूडेंट. सो इसी तरह ही मैं अगे तो होर वधिया तो वधिया तुहाडे लई वीडियोस लैके आवांगी ताकि तुहाडा बैंड स्कोर जिहड़ा 5.5 ते टिकिया होया जां फिर 6 आ रहा है, बट तुहाडी रिक्वायरमेंट जिहड़ी है 6.5 या मोर दैन 6.5 है, 7 है ना. सो तुसीं इन्हां मिसटेक्स नूं कवर अप करके, इन्हां वीडियोस, मेरी वीडियोस नूं देख के उन्हां मिसटेक्स नूं अपनी नूं इंप्रूवमेंट्स लैके जा सकदे हो, अपनी कमियां नूं इंप्रूवमेंट्स लैके जा सकदे हो. सो इसी तरह ही मेरे चैनल में सबसक्राइब करो ताकि जो भी मैं कोई भी अपनी न्यू वीडियो अपलोड करा तो उसका नोटिफिकेशन आवे and you can seize the advantage of that video, students. And don't forget to share my YouTube channel with the students, with your friends who are doing IELTS, right students. So IELTS ਦੀਆਂ ਵੀਡੀਓਜ਼ ਨੂੰ ਹੋਰ ਜ਼ਿਆਦਾ ਲੈਣ ਦੇ ਲਈ, ਮੈਨੂੰ ਇਨਕਰੇਜ ਕਰਨ ਦੇ ਲਈ, ਤਾਂ ਕਿ ਮੈਨੂੰ ਦੱਸੋ ਕਿ ਤੁਹਾਨੂੰ ਇਹ ਵੀਡੀਓਜ਼ ਅੱਛੀਆਂ ਲੱਗ ਰਹੀਆਂ, ਤੁਹਾਨੂੰ ਕਿਸ ਤਰ੍ਹਾਂ ਦਾ ਕੰਟੈਂਟ ਹੋਰ ਚਾਹੀਦਾ ਇਸ ਨਾਲ ਰਿਲੇਟਡ. So I will try to make videos on that content as well, student. So till my next video, keep supporting me and do subscribe my YouTube channel. Don't forget to like and comment my YouTube channel and my videos. Thank you so much. Thank you.